हाँ जी, वाहिगुरू जी का खालसा वाहिगुरू जी की फतेह। सो ਪਹਿਲਾਂ ਵਾਲੀ ਵੀਡੀਓ ਨੂੰ ਆਪ ਜੀ ਨੇ ਬੜਾ ਹੀ ਪਿਆਰ ਦਿੱਤਾ ਤੇ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਹ ਜਿਹੜੀ ਦੂਜੀ ਆਪਾਂ ਇਸ ਵਕਤ ਅੱਜ ਵੀਡੀਓ ਬਣਾ ਰਹੇ ਹਾਂ, ਜਿਸ ਹਿਸਾਬ ਦੇ ਨਾਲ ਤੁਸੀਂ ਇਸ ਵੀਡੀਓ ਦਾ ਥੰਬਨੇਲ ਦੇਖਿਆ ਹੋਣਾ, ਤਾਂ ਇੱਕ ਵਾਰ ਤਾਂ ਉਹਦੇ ਵਿੱਚ ਇਹ ਲੱਗਦਾ ਉਸ ਥੰਬਨੇਲ ਦੇ ਵਿੱਚ ਵੀ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਉਹਨਾਂ ਨੌਜਵਾਨਾਂ ਦਾ ਕੀ ਕਸੂਰ ਆ, ਪਰ ਉਹਨਾਂ ਦਾ ਕਸੂਰ ਬਹੁਤ ਵੱਡਾ ਹੈ। ਤੇ ਆਪਾਂ ਉਹ ਦਿਮਾਗ ਦੇ ਵਿੱਚ ਕਿਹੜਾ ਸੋਚਦੇ ਆ ਇਹ ਗੱਲ ਨੂੰ ਵੀ ਕਿਵੇਂ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ, ਜਾਂ ਮੈਂ ਕੀ ਕਹਿਣਾ ਚਾਹੁੰਦਾ ਵੀ ਉਹ ਨੌਜਵਾਨਾਂ ਦਾ ਵੀ ਉਹਨਾਂ ਦਾ ਕਸੂਰ ਨਹੀਂ ਹੈ। ਸੋ ਇਹ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਕਿ ਸਾਨੂੰ ਸਾਰੀ ਇਹਦੇ ਬਾਰੇ ਜਾਣਕਾਰੀ ਪਤਾ ਲੱਗ ਸਕੇ ਅੰਤ ਤੱਕ ਕਿ ਆਪਾਂ ਇਸ ਵੀਡੀਓ ਦੇ ਜ਼ਰੀਏ ਕੀ ਕਹਿਣਾ ਚਾਹੁੰਦੇ ਆ, ਜਾਂ ਅੱਜ ਦੇ ਨੌਜਵਾਨਾਂ ਨੂੰ ਇਹਦਾ ਮੈਸੇਜ ਕੀ ਆ। ਦੇਖੋ, ਜਦੋਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਭੇਜਦੇ ਆ ਤਾਂ ਸਾਨੂੰ ਇਹ ਲੱਗਦਾ ਕਿ ਬੱਚਾ ਸਕੂਲ ਤੋਂ ਜਿਹੜੀਆਂ ਮੌਲਿਕ ਗੱਲਾਂ ਨੇ, ਗਿਆਨ ਦੀਆਂ ਗੱਲਾਂ ਨੇ, ਉਹ ਸਿੱਖ ਕੇ ਆਊਗਾ, ਇਹਦਾ ਜੀਵਨ ਉੱਚਾ ਸੁੱਚਾ ਬਣੂਗਾ। ਇਸੇ ਕਰਕੇ ਹੀ ਬੱਚਿਆਂ ਨੂੰ ਆਪਾਂ ਸਕੂਲਾਂ ਦੇ ਵਿੱਚ ਭੇਜਦੇ ਹਾਂ ਤਾਂ ਕਿ ਬੱਚੇ ਇੱਥੋਂ ਗਿਆਨ ਲੈ ਸਕਣ, ਸੋਹਣੀ ਜ਼ਿੰਦਗੀ ਜਿਉਣ ਦੇ ਤਰੀਕੇ ਜਿਹੜੇ ਹੈਗੇ ਉਹ ਅਧਿਆਪਕਾਂ ਤੋਂ ਸਿੱਖ ਸਕਣ। ਪਰ ਕਈ ਵਾਰ ਕੀ ਹੁੰਦਾ ਕਿ ਜਦੋਂ ਬੱਚਾ ਕੋਈ ਘਰ ਦੇ ਵਿੱਚ ਸ਼ਰਾਰਤ ਕਰਦਾ ਜਾਂ ਘਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ, ਤੇ ਅਸੀਂ ਸਭ ਤੋਂ ਪਹਿਲਾਂ ਉਹਨੂੰ ਕੀ ਕਹਿੰਦੇ ਆ, ਉਹਨੂੰ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਤੂੰ ਸਕੂਲੋਂ ਆ ਜਿਹੜਾ ਤੂੰ ਆਹੀ ਕੁਝ ਸਿੱਖ ਕੇ ਆਇਆ। ਹਾਲਾਂਕਿ ਸਕੂਲ ਵਾਲੇ ਇਹੋ ਜਿਹਾ ਕੁਝ ਬੱਚੇ ਨੂੰ ਨਹੀਂ ਸਿਖਾਉਂਦੇ ਹੁੰਦੇ, ਨਾ ਹੀ ਹੁੰਦਾ ਕੋਈ ਅਧਿਆਪਕ ਉਹਨੂੰ ਇਹ ਗੱਲਾਂ ਗਲਤ ਸਿਖਾਉਂਦਾ ਵੀ ਤੂੰ ਘਰੇ ਜਾ ਕੇ ਗਲਤ ਗੱਲਾਂ ਇਹੋ ਜਿਹੀਆਂ ਕਰਨੀਆਂ, ਨਾ ਉਹਨੂੰ ਕੋਈ ਮਾਪੇ ਸਿਖਾਉਂਦੇ ਆ। ਤਾਂ ਫਿਰ ਬੱਚਾ ਗ੍ਰਹਿਣ ਕਿੱਥੋਂ ਕਰਦਾ ਹੋਇਆ, ਉਹ ਕਿਹੜੀ ਚੀਜ਼ ਆ, ਕਿੱਥੋਂ ਬੱਚਾ ਸਾਰੀਆਂ ਇਹਨਾਂ ਚੀਜ਼ਾਂ ਨੂੰ ਲੈਂਦਾ। ਸੋ ਉਹਦੇ ਵਿੱਚ ਆਪਾਂ ਕਾਰਨ ਕਵਾਂਗੇ ਵੀ ਬੱਚੇ ਦੀ ਸੰਗਤ ਭੈੜੀ ਆ, ਬੱਚਾ ਗਲਤ ਲੋਕਾਂ ਦੇ ਵਿੱਚ ਬਹਿੰਦਾ। ਪਰ ਕਿਤੇ ਨਾ ਕਿਤੇ ਅੱਜ ਤੁਸੀਂ ਹੈਰਾਨ ਹੋਵੋਗੇ, ਕਿਤੇ ਨਾ ਕਿਤੇ ਸਾਡੇ ਬੱਚੇ ਦੇ ਪੜ੍ਹਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹਦੇ ਬੁਰੇ ਆਚਰਣ ਦੇ ਵਿੱਚ ਕਿਤੇ ਨਾ ਕਿਤੇ ਸਕੂਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਹੁਣ ਆਪਾਂ ਕਹਾਂਗੇ ਵੀ ਸਕੂਲ 'ਚ ਪੜ੍ਹਨ ਗਿਆ ਬੱਚਾ, ਇਹ ਕਿਵੇਂ ਵਿਗੜ ਸਕਦਾ। ਹੁਣ ਤੁਸੀਂ ਦੇਖਿਓ, ਜਦੋਂ ਆਪਾਂ ਬੱਚੇ ਨੂੰ ਕਹਿ ਦਿੰਦੇ ਆ ਕਿ ਸ਼ਹੀਦੀ ਜੋੜ ਮੇਲਿਆਂ 'ਤੇ ਜਾ ਕੇ ਬੱਚੇ ਬੋਲਟਾਂ ਦੇ ਪਟਾਕੇ ਮਾਰਦੇ ਆ, ਟਰੈਕਟਰਾਂ ਦੀਆਂ ਰੇਸਾਂ ਲਾਉਂਦੇ ਆ, ਉਹਨਾਂ ਦਾ ਕੀ ਕਸੂਰ ਹੈ। ਦੇਖੋ, ਆਪਾਂ ਜਦੋਂ ਘਰ ਬਣਾਉਂਦੇ ਆ, ਘਰ ਬਣਾਉਂਦੇ ਵਕਤ ਅਸੀਂ ਨਿਉਂ ਨੂੰ ਬੜਾ ਪੱਕਾ ਮਜ਼ਬੂਤ ਬਣਾਉਂਦੇ ਆ। ਨਿਉਂ ਨੂੰ ਹੇਠਾਂ ਤੋਂ ਚੰਗੀ ਤਰ੍ਹਾਂ ਉਹਦੇ ਵਿੱਚ ਚੰਗੀਆਂ ਇੱਟਾਂ ਪਾਉਂਦੇ ਆ, ਚੰਗੀ ਮਜ਼ਬੂਤ ਬਣਾਉਂਦੇ ਆ। ਉਹਦਾ ਕਾਰਨ ਇਹ ਆ ਵੀ ਇਹਦੇ ਉੱਪਰ ਅਸੀਂ ਇੱਕ ਚੰਗਾ ਲੈਂਟਰ ਤਿਆਰ ਕਰਨਾ, ਇਹਦੇ ਉੱਪਰ ਅਸੀਂ ਬਹੁਤ ਮਜ਼ਬੂਤ ਕੰਧ ਬਣਾਉਣੀ ਆ। ਜੇ ਲੈਂਟਰ ਆ ਜਿਹੜਾ, ਜੇ ਉਹ ਨੀਂਹ ਆ ਜਿਹੜੀ ਉਹ ਕਮਜ਼ੋਰ ਰਹੇਗੀ ਤਾਂ ਉੱਪਰ ਲੈਂਟਰ ਦਾ ਖੜਨਾ ਜਿਹੜਾ ਉਹ ਅਸੰਭਵ ਹੋ ਸਕਦਾ ਹੈ। ਤਾਂ ਆਪਾਂ ਇਸ ਕਰਕੇ ਹੈ ਜਿਹੜੀ ਨੀਂਹ ਆ ਉਹ ਜ਼ਿਆਦਾ ਪੱਕੀ ਮਜ਼ਬੂਤ ਰੱਖਦੇ ਆ। ਜਦੋਂ ਆਪਾਂ ਛੋਟੇ ਹੁੰਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਦੇ ਆ ਤਾਂ ਆਪਾਂ ਨੂੰ ਇਹ ਚੀਜ਼ ਆਪਾਂ ਭੁੱਲ ਜਾਂਦੇ ਆ ਵੀ ਇਹਨਾਂ ਦੀ ਇੱਕ ਤਰ੍ਹਾਂ ਦੀ ਜ਼ਿੰਦਗੀ ਦੀ ਨੀਂਹ ਹੈ ਜਿਹੜੀ ਉਹ ਅੱਜ ਤੋਂ ਸ਼ੁਰੂ ਹੋਣ ਲੱਗੀ ਆ। ਸਕੂਲ ਤੋਂ ਤਕਰੀਬਨ ਆਪਾਂ ਸਰਕਾਰੀ ਸਕੂਲ 'ਚ ਦੇਖਿਆ ਜਾਂਦਾ 6-7 ਸਾਲ ਦੇ ਬੱਚੇ ਦੀ ਐਡਮਿਸ਼ਨ ਹੁੰਦੀ ਆ, ਦਾਖਲਾ ਹੁੰਦਾ, ਤੇ ਪ੍ਰਾਈਵੇਟ ਸਕੂਲ ਦੇ ਵਿੱਚ ਤਕਰੀਬਨ ਨਰਸਰੀ ਤੋਂ ਛੋਟੀਆਂ ਕਲਾਸਾਂ ਤੋਂ 3 ਸਾਲ ਤੋਂ ਬੱਚੇ ਦੀ ਐਡਮਿਸ਼ਨ ਆ ਜਿਹੜੀ ਸ਼ੁਰੂ ਹੋ ਜਾਂਦੀ ਹੈ। ਤਾਂ ਆਪਾਂ ਕਿਤੇ ਨਾ ਕਿਤੇ ਇਹ ਨਹੀਂ ਦੇਖ ਪਾਉਂਦੇ ਕਿ ਬੱਚੇ ਦੀ ਨੀਂਹ ਹੈ ਜਿਹੜੀ ਕਿਤੇ ਉਹ ਹੈ ਵੀ ਮਜ਼ਬੂਤ ਬਣ ਰਹੀ ਹੈ ਕਿ ਅਸੀਂ ਸਕੂਲ ਦੇ ਵਿੱਚ ਤਾਂ ਬੱਚਾ ਛੱਡਿਆ ਹੁੰਦਾ। ਸੋ ਮੈਂ ਜ਼ਿਆਦਾ ਇਹ ਬੁਝਾਰਤਾਂ ਨਾ ਪਾਉਂਦਾ ਹੋਇਆ, ਕਿਉਂਕਿ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਲੈ ਕੇ ਜਾਣੀ ਤੇ ਉਹ ਗੱਲ ਤੇ ਉੱਪਰ ਆਪਾਂ ਪਹੁੰਚੀਏ। ਦੇਖੋ, ਸਾਨੂੰ ਜਦੋਂ ਮੈਂ ਸਰਕਾਰੀ ਸਕੂਲ 'ਚ ਪੜ੍ਹਦਾ ਸੀ, ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਵਾਂ, ਜਦੋਂ ਮੈਂ ਪੜ੍ਹਦਾ ਸੀ ਤਾਂ ਸਾਨੂੰ ਇੱਕ ਧਨੀ ਰਾਮ ਚਾਤਰਿਕ ਦੀ ਕਵਿਤਾ ਹੁੰਦੀ ਸੀ। ਉਹਦੇ ਵਿੱਚ ਲਿਖਿਆ ਹੁੰਦਾ ਸੀਗਾ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਉਹਦੇ ਵਿੱਚ ਸਾਰੀ ਐਂਡ ਤੱਕ ਹੁੰਦੀ ਸੀਗੀ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਉਹਦੇ ਵਿੱਚ ਸਾਰਾ ਨਾ ਮੇਲੇ ਦਾ ਸੀਨ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੱਕ ਜ਼ਿਮੀਂਦਾਰ ਆ, ਜੱਟ ਆ, ਉਹ ਤੂੜੀ ਤੰਦ ਸਾਂਭ ਦਿੰਦਾ, ਲੰਬੜਾ ਸ਼ਾਹਾਂ ਦੇ ਪੈਸੇ ਮੋੜ ਦਿੰਦਾ, ਤੇ ਫਿਰ ਮੇਲੇ ਦੇ ਵਿੱਚ ਉਹ ਨੱਚਦਾ ਜਾਂਦਾ, ਉਹ ਛੰਮਾਂ ਵਾਲੀ ਡਾਂਗ ਤੇ ਤੇਲ ਲਾ ਕੇ ਰੱਖਦਾ, ਉਹਦੇ ਵਧੀਆ ਕੁੜਤਾ ਚਾਦਰਾ ਪਾਇਆ, ਹੈ ਨਾ। ਜਦੋਂ ਇੱਕ ਸਾਡੇ ਸਾਹਿਤ ਦੇ ਕਵੀ ਆ ਜਿਹੜੇ, ਉਹ ਇੱਕ ਨੌਜਵਾਨ ਨੂੰ ਇੰਨਾ ਲਿਸ਼ਕਦਾ ਪੁਸ਼ਕਦਾ ਦਿਖਾ ਰਹੇ ਆ ਉਹ ਸਾਹਿਤ ਦੇ ਵਿੱਚ, ਕਿਤਾਬਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ, ਕਿ ਇੱਕ ਪੰਜਾਬ ਦਾ ਨੌਜਵਾਨ ਮੇਲੇ ਦੇ ਵਿੱਚ ਇੱਦਾਂ ਸੱਜ ਧੱਜ ਕੇ ਜਾਂਦਾ। ਇਹਦਾ ਮਤਲਬ ਕੀ ਹੋਇਆ, ਉਸ ਵਕਤ ਪੜ੍ਹਦੇ ਸਾਨੂੰ ਕੀ ਮਹਿਸੂਸ ਹੁੰਦਾ ਸੀ, ਜਾਂ ਅੱਜ ਕੱਲ੍ਹ ਉਹ ਬੱਚਿਆਂ ਨੂੰ ਕੀ ਮਹਿਸੂਸ ਹੁੰਦਾ ਕਿ ਜਦੋਂ ਮੇਲਿਆਂ ਦੇ ਵਿੱਚ ਜਾਈਦਾ ਹੁੰਦਾ ਤੇ ਫਿਰ ਟੌਰ ਕੱਢ ਕੇ ਜਾਈਦਾ ਹੁੰਦਾ, ਉੱਥੇ ਇਸੇ ਤਰ੍ਹਾਂ ਹੀ ਨਾਲ ਗੁੰਡਾਗਰਦੀ ਕਰੀਦੀ ਹੁੰਦੀ, ਇਸੇ ਤਰ੍ਹਾਂ ਹੀ ਰੌਲਾ ਰੱਪਾ ਪਾ ਕੇ ਮੇਲੇ 'ਚੋਂ ਮੁੜੀਦਾ ਹੁੰਦਾ। ਉਹਨਾਂ ਬੱਚਿਆਂ ਨੂੰ ਕਿਹਨੇ ਸਮਝਾਉਣਾ ਸੀ ਵੀ ਸ਼ਹੀਦੀ ਜੋੜ ਮੇਲਾ ਕੀ ਹੁੰਦਾ ਤੇ ਹੋਰ ਮੇਲਾ ਕੀ ਹੁੰਦਾ, ਕਿਉਂਕਿ ਫਰਕ ਆ ਨਾ। ਦੇਖੋ, ਮੇਲੇ ਗੁਰਦੁਆਰਾ ਸਾਹਿਬ ਚਲਾਏ ਜਾਂਦੇ ਆ, ਸ਼ਹੀਦੀ ਜੋੜ ਮੇਲਾ ਗੁਰਦੁਆਰਾ ਸਾਹਿਬ ਲੱਗਦਾ। ਇਹ ਤਾਂ ਨਹੀਂ ਕਿ ਮੇਲਾ ਲੱਗਣ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਣ ਕਰਕੇ ਫਤਿਹਗੜ੍ਹ ਸਾਹਿਬ ਮੇਲਾ ਲੱਗਦਾ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੋਲਾ ਮਹੱਲਾ ਮਨਾਉਂਦੇ ਅਨੰਦਪੁਰ ਸਾਹਿਬ ਤਾਂ ਉੱਥੇ ਮੇਲਾ ਲੱਗਦਾ, ਮੇਲੇ ਕਰਕੇ ਤਾਂ ਨਹੀਂ ਹੋਲਾ ਮਹੱਲਾ ਮਨਾਇਆ ਜਾਂਦਾ। ਸੋ ਪਹਿਲਾਂ ਉੱਥੋਂ ਦਾ ਇਤਿਹਾਸ ਆ। ਸੋ ਬੱਚੇ ਨੂੰ ਦੱਸਿਆ ਨਹੀਂ ਗਿਆ ਕਿ ਮੇਲੇ ਕਿਵੇਂ ਮਨਾਉਣੇ ਆਪਾਂ, ਕਿਵੇਂ, ਕਿਉਂਕਿ ਸਾਹਿਤ ਨੇ ਪੂਰਾ ਜ਼ੋਰ ਲਾਤਾ ਸਾਨੂੰ, ਸਾਡੇ ਬੱਚਿਆਂ ਨੂੰ ਇਹ ਗਲਤ ਤਰੀਕੇ ਲਿਜਾਣ ਦੇ ਲਈ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਨੌਜਵਾਨ ਪੀੜ੍ਹੀ ਆ, ਜਦੋਂ ਗੁਰਦੁਆਰਾ ਸਾਹਿਬ ਮੇਲਿਆਂ ਦੇ ਵਿੱਚ ਜਾਇਆ ਕਰੂਗੀ ਤਾਂ ਜਿਵੇਂ ਧਨੀ ਰਾਮ ਚਾਤਰਿਕ ਹੋਣਾ ਦੀ ਮਿਹਰਬਾਨੀ ਕਿ ਜਿਵੇਂ ਮੈਂ ਦੱਸ ਰਿਹਾ ਕਿ ਏਡੀ ਟੌਰ ਕੱਢ ਕੇ ਜਾਇਆ ਕਰੂਗਾ। ਹੁਣ ਜਿਹੜਾ ਬੰਦਾ ਏਡੀ ਟੌਰ ਕੱਢ ਕੇ ਮੇਲੇ 'ਚ ਜਾਂਦਾ, ਉਹ ਦੱਸੋ ਉੱਥੇ ਜਾ ਕੇ ਬਹਿ ਕੇ ਅੰਦਰ ਗੁਰਦੁਆਰਾ ਸਾਹਿਬ 'ਚ ਸੁਖਮਨੀ ਸਾਹਿਬ ਦਾ ਪਾਠ ਕਰਨ ਚੱਲਿਆ? ਉਹ ਏਡੀ ਟੌਰ ਕੱਢ ਕੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸੁਣਨ ਵਾਸਤੇ ਚੱਲਿਆ? ਨਹੀਂ ਜੀ, ਉਹ ਸਾਰਾ ਮੇਲੇ ਦੇ ਵਿੱਚ ਆਪਣੀ ਉਹ ਜਿਹੜੀ ਉਹ ਗੰਦਗੀ ਖਿਲਾਰਨ ਵਾਸਤੇ ਉਹ ਚੱਲਿਆ ਵਾ ਸਾਰਾ ਕੁਝ। ਤੇ ਆਹੀ ਕੁਛ ਜੋ ਮੇਲਿਆਂ 'ਚ ਹੁੰਦਾ ਆਪਾਂ ਦੇਖਦੇ ਹਾਂ ਸਾਰਾ ਇਹ। ਹਰ ਸਾਲ ਮੇਲਿਆਂ ਦੇ ਵਿੱਚੋਂ ਇਹ ਖਬਰਾਂ ਮਿਲਦੀਆਂ ਕਿ ਕਿੰਨੇ ਹੀ ਨੌਜਵਾਨ ਇੱਥੇ ਅਵਾਰਾਗਰਦੀ ਕਰਦੇ ਆ, ਬੁਲਟਾਂ ਦੇ ਪਟਾਕੇ ਮਾਰਦੇ ਆ, ਟਰੈਕਟਰਾਂ ਦੀਆਂ ਰੇਸਾਂ ਦਿੰਦੇ ਆ। ਦੇਖੋ ਉਹਨਾਂ ਦਾ ਕਸੂਰ ਆਪਾਂ ਬਹੁਤ ਘੱਟ ਮੰਨਾਂਗੇ, ਉਹਨਾਂ ਨੂੰ ਸਾਹਿਤ 'ਚ ਪੜ੍ਹਾਇਆ ਹੀ ਇਹੋ ਜਿਹਾ ਕੁਛ ਗਿਆ ਵੀ ਮੇਲੇ ਮਨਾਈ ਦੇ ਆਏ ਹੁੰਦੇ ਆ। ਹੋਰ ਗੱਲ ਆ, ਸਾਨੂੰ ਜਿਸ ਵੇਲੇ ਅਸੀਂ ਪੜ੍ਹਦੇ ਸੀ, ਸਾਨੂੰ ਇੱਕ ਵਿਸਾਖੀ ਦਾ ਮੇਲਾ ਲੇਖ ਹੁੰਦਾ ਸੀ। ਉਸ ਲੇਖ ਦੇ ਵਿੱਚ ਦੱਸਿਆ ਹੁੰਦਾ ਸੀ ਸਾਰੀ, ਮੈਂ ਤੁਹਾਨੂੰ ਜਿੰਨੀ ਕਿ ਮੈਨੂੰ ਯਾਦ ਆ ਮੈਂ ਤੁਹਾਨੂੰ ਦੱਸਦਾ, ਕਿਉਂਕਿ ਸਾਲ ਕਾਫੀ ਹੋ ਗਏ ਪਰ ਮੈਨੂੰ ਯਾਦ ਅੱਜ ਸਾਰੀ ਗੱਲ। ਜਦੋਂ ਉਹ ਮੇਲੇ ਦੇ ਵਿੱਚ ਜ਼ਿਕਰ ਹੁੰਦਾ ਸੀ ਕਿ ਮੈਂ ਆਪਣੇ ਪਿਤਾ ਜੀ ਦੇ ਨਾਲ ਮੇਲਾ ਦੇਖਣ ਵਾਸਤੇ ਗਿਆ। ਵਿਸਾਖੀ ਦਾ ਮੇਲਾ ਛੋਟਾ ਜਿਹਾ ਹੁੰਦਾ ਸੀ। ਮੈਂ ਆਪਣੇ ਪਿਤਾ ਨਾਲ ਵਿਸਾਖੀ ਦਾ ਮੇਲਾ ਦੇਖਣ ਵਾਸਤੇ ਗਿਆ। ਸਾਡੇ ਪਿੰਡ ਤੋਂ 20 ਮੀਲ ਦੀ ਦੂਰੀ 'ਤੇ ਮੇਲਾ ਲੱਗਦਾ। ਅਸੀਂ ਉੱਥੇ ਖਿਡੌਣੇ ਲਏ, ਅਸੀਂ ਉੱਥੇ ਚੰਡੋਲ ਝੂਟੀ, ਇੱਦਾਂ ਸਾਰਾ ਉਹਦੇ ਵਿੱਚ ਜ਼ਿਕਰ ਸੀ। ਫਿਰ ਅਸੀਂ ਲੱਡੂ ਜਲੇਬੀਆਂ ਖਾਧੀਆਂ, ਉੱਥੋਂ ਖਿਡੌਣੇ ਲਏ, ਸਾਰਾ ਉਹਦੇ ਵਿੱਚ ਜ਼ਿਕਰ। ਐਂਡ 'ਤੇ ਜਾ ਕੇ ਉਹਦੇ ਵਿੱਚ ਨਾ ਇੱਕ ਬਹੁਤ ਕਮਲ ਕੁੱਟਿਆ ਹੋਇਆ ਹੁੰਦਾ ਸੀ, ਜਿਹਨੂੰ ਆਪਾਂ ਪੰਜਾਬੀ 'ਚ ਪਿੰਡ ਵਾਲੀ ਬੋਲੀ 'ਚ ਕਮਲ ਕੁੱਟਿਆ ਹੋਇਆ ਕਹਿ ਲਈਏ। ਅਖੀਰਲੀ ਲਾਈਨ ਦੇ ਵਿੱਚ ਜਾ ਕੇ ਪਤਾ ਕੀ ਹੁੰਦਾ ਸੀ ਕਿ ਸ਼ਾਮ ਹੁੰਦਿਆਂ ਹੀ, ਜਦੋਂ ਸ਼ਾਮ ਹੋਈ, ਆਹ ਸੁਣਿਓ ਗੱਲ ਗੌਰ ਨਾਲ ਕਿ ਉਹ ਲੇਖ 'ਚ ਕੀ ਗੱਲ ਲਿਖੀ ਹੁੰਦੀ ਸੀ। ਸ਼ਾਮ ਨੂੰ ਹੀ ਕਹਿੰਦੇ ਜਦੋਂ ਸ਼ਾਮ ਹੋਈ ਮੇਲੇ ਦੇ ਵਿੱਚ ਤਾਂ ਕੁਝ ਕੁ ਜ਼ਿਮੀਂਦਾਰ ਸ਼ਰਾਬ ਪੀ ਕੇ ਇੱਕ ਪਾਸੇ ਮੇਲੇ ਦੇ ਵਿੱਚ ਲੜ ਪਏ ਤੇ ਮੇਰੇ ਪਿਤਾ ਨੇ ਸਾਨੂੰ ਛੇਤੀ ਦੇਣੇ ਸਾਰਿਆਂ ਨੂੰ ਇਕੱਠੇ ਕਰਕੇ ਘਰੇ ਲੈ ਕੇ ਆਂਦਾ, ਲੜਾਈ ਤੋਂ ਡਰਦੇ ਹੋਏ। ਇਸ ਤਰ੍ਹਾਂ ਮੇਲਾ ਸਮਾਪਤ ਹੋ ਜਾਂਦਾ। ਦੇਖੋ ਉਹਦੇ ਵਿੱਚ ਕੀ ਦਰਸਾਇਆ ਗਿਆ ਕਿ ਮੇਲੇ ਦੇ ਵਿੱਚ ਜ਼ਿਮੀਂਦਾਰ ਸ਼ਰਾਬ ਪੀ ਕੇ ਲੜਦੇ ਹੁੰਦੇ ਆ। ਸਾਹਿਤ ਦੇ ਵਿੱਚ ਇਹ ਗੱਲ ਪਾਈ ਗਈ ਉਸ ਵਕਤ। ਅਸੀਂ ਬੋਲੇ ਨਹੀਂ, ਅਸੀਂ ਪੜ੍ਹੇ ਰਹੇ, ਅਸੀਂ ਉਦੋਂ ਆਵਾਜ਼ ਬੁਲੰਦ ਨਹੀਂ ਕੀਤੀ ਕਿਸੇ ਨੇ। ਅਸੀਂ ਤਾਂ ਬੱਚੇ ਸੀ, ਚਲੋ ਅਸੀਂ ਤਾਂ ਜਿਵੇਂ ਸਾਨੂੰ ਸਕੂਲ 'ਚ ਪੜ੍ਹਾਇਆ ਗਿਆ ਪੜ੍ਹੀ ਜਾਂਦੇ ਆ ਨਾ। ਗੱਲ ਤਾਂ ਸਾਡੇ ਮਾਤਾ ਪਿਤਾ ਨੇ ਸਾਨੂੰ ਸਕੂਲ 'ਚ ਇਸ ਕਰਕੇ ਭੇਜਿਆ ਸੀ ਕਿ ਸਾਡੇ ਬੱਚੇ ਵਧੀਆ ਗੱਲ ਸਿੱਖ ਕੇ ਆਉਣਗੇ। ਅਸੀਂ ਕੀ ਸਿੱਖ ਕੇ ਆਏ ਕਿ ਮੇਲਿਆਂ ਦੇ ਵਿੱਚ ਸ਼ਰਾਬ ਪੀ ਕੇ ਜ਼ਿਮੀਂਦਾਰ ਲੜਦੇ ਹੀ ਹੁੰਦੇ ਆ, ਇੰਨੇ ਬਿਨਾਂ ਮੇਲਾ ਸਫਲ ਨਹੀਂ ਹੁੰਦਾ। ਗਲਤ ਸਿੱਖਿਆ ਭਰੀ ਗਈ ਨਾ ਬੱਚੇ ਦੇ ਅੰਦਰ। ਆਹੀ ਸਿੱਖਿਆ ਨੇ ਸਾਨੂੰ ਮਰਵਾਇਆ। ਜਦੋਂ ਆਪਾਂ ਲਾ ਲਈਏ ਸਨ 1947 ਤੋਂ ਬਾਅਦ ਸਾਡੇ ਪੰਜਾਬ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਅਜਿਹੇ ਕਿਤਾਬਾਂ, ਅਜਿਹੇ ਕਾਇਦੇ ਫੜਾ ਦਿੱਤੇ ਗਏ ਜਿਹੜੇ ਕਿ ਕਾਇਦੇ ਲੱਗਦੇ ਤਾਂ ਪੰਜਾਬੀ ਦੇ ਹੁੰਦੇ ਸੀ, ਪਰ ਉਹਨਾਂ ਦੇ ਵਿੱਚ ਪੜ੍ਹਾਈ ਹਿੰਦੀ ਜਾਂਦੀ ਹੁੰਦੀ ਸੀ। ਉਦਾਹਰਣ ਦੇ ਤੌਰ ਤੇ ਤੁਸੀਂ ਸੁਣਿਓ ਗੱਲ ਧਿਆਨ ਨਾਲ। ਆਪਾਂ ਪੰਜਾਬੀ ਦਾ ਜਿਹੜਾ ਛੋਟਾ ਕਾਇਦਾ, ਜਾਂ ਮੇਰੇ ਜਿਹੜੇ ਹਮ ਉਮਰ ਹੋਣਗੇ ਤੁਸੀਂ ਜਾਣਦੇ ਹੋਵੋਗੇ, ਊੜਾ ਊਠ ਹੁੰਦਾ ਸੀ। ਊੜਾ ਸਭ ਤੋਂ ਪਹਿਲਾ ਸ਼ਬਦ ਜਿਹੜਾ ਊੜਾ ਊਠ ਹੁੰਦਾ ਸੀ। ਹੁਣ ਊਠ ਜਿਹੜਾ ਸ਼ਬਦ ਹੈ ਉਹਨੂੰ ਪੰਜਾਬੀ ਦੇ ਵਿੱਚ ਬੋਤਾ ਕਿਹਾ ਜਾਂਦਾ, ਇੰਗਲਿਸ਼ ਦੇ ਵਿੱਚ ਉਹਨੂੰ ਕੈਮਲ ਕਹਿੰਦੇ ਆ, ਤੇ ਉਹਨੂੰ ਹਿੰਦੀ ਦੇ ਵਿੱਚ ਊਠ ਕਿਹਾ ਜਾਂਦਾ। ਹੁਣ ਤੁਸੀਂ ਇਹ ਦੇਖੋ, ਕਾਇਦਾ ਪੰਜਾਬੀ ਦਾ, ਪਰ ਊੜਾ ਊਠ ਪੜ੍ਹਾਇਆ ਕਾਇਦੇ ਰਾਹੀਂ ਹਿੰਦੀ ਗਿਆ ਸਨ। ਅੱਜ ਜਾਂਦਾ ਹੋਵੇ ਸਾਡੇ ਬੱਚੇ ਬੋਤਾ ਨਹੀਂ ਕਹਿੰਦੇ, ਉਹ ਊਠ ਕਹਿੰਦੇ ਆ, ਜਾਂ ਇਹਨੂੰ ਕੈਮਲ ਕਹਿਣਗੇ, ਕਿਉਂਕਿ ਅੱਜ ਇੰਗਲਿਸ਼ ਦਾ ਜ਼ਿਆਦਾ ਹੋ ਗਿਆ। ਜਾਂ ਬੱਚੇ ਕੈਮਲ ਕਹਿੰਦੇ ਆ ਜਾਂ ਬੱਚੇ ਊਠ ਕਹਿੰਦੇ ਆ, ਬੋਤਾ ਕੋਈ ਨਹੀਂ ਕਹਿੰਦਾ। ਅਸੀਂ ਪੰਜਾਬੀ ਦਾ ਕਾਇਦਾ ਪੜ੍ਹਿਆ ਪਰ ਪੰਜਾਬੀ ਤੋਂ ਦੂਰ ਹੋ ਗਏ। ਇਹਦਾ ਮਤਲਬ ਸਿੱਖਿਆ ਤਾਂ ਅਸੀਂ ਸਕੂਲ ਦੇ ਵਿੱਚੋਂ ਹੀ ਆ ਨਾ ਸਾਰਾ ਕੁਝ, ਇੱਥੋਂ ਤੱਕ ਨਹੀਂ। ਅੱਗੇ ਸੀਗਾ ਧੱਦਾ ਧਨੁੱਖ, ਉਹ ਕੀ ਹੁੰਦਾ? ਤੀਰ ਕਮਾਨ। ਤੀਰ ਜਿਹੜਾ ਸ਼ਾਸਤਰ ਵਿੱਚ ਪੈਂਦਾ ਤੇ ਅੱਗੇ ਜਾ ਕੇ ਦੂਰ ਤੱਕ ਜਾਂਦਾ, ਉਹਨੂੰ ਤੀਰ ਕਿਹਾ ਜਾਂਦਾ। ਕਮਾਨ ਸਾਡੇ ਹੱਥ 'ਚ ਰਹਿ ਜਾਂਦਾ, ਉਹਨੂੰ ਦੋਵਾਂ ਨੂੰ ਮਿਲਾ ਕੇ ਤੀਰ ਕਮਾਨ ਕਿਹਾ ਜਾਂਦਾ। ਤੀਰ ਦੂਰ ਤੱਕ ਜਾਂਦਾ ਵਾ, ਕਮਾਨ ਸਾਡੇ ਹੱਥ 'ਚ ਰਹਿ ਜਾਂਦਾ। ਪਰ ਕਮਾਨ ਜਿਹੜਾ ਸਾਡੇ ਹੱਥ ਦੇ ਵਿੱਚ, ਉਹਨੂੰ ਹਿੰਦੀ ਦੇ ਵਿੱਚ ਧਨੁਸ਼ ਕਿਹਾ ਜਾਂਦਾ। ਤੇ ਧੱਦਾ ਧਨੁੱਖ ਕਾਇਦੇ ਦੇ ਉੱਪਰ ਉਹ ਛਾਪ ਕੇ ਸਾਨੂੰ ਪੰਜਾਬੀ ਵਾਲੇ ਊੜੇ ਆੜੇ ਦੇ ਵਿੱਚ ਉਹ ਸਾਰੇ ਹੈਗੇ ਜਿਹੜੀ ਉਹ ਹਿੰਦੀ ਸਾਡੇ ਦੇ ਉੱਪਰ ਥੋਪ ਦਿੱਤੀ ਗਈ। ਅੱਜ ਜਿਹੜਾ ਕਾਰਨ ਹੈ ਨਾ, ਦੇਖੋ ਅੱਜ ਕੱਲ੍ਹ ਮੀਂਹ ਪੈ ਰਿਹਾ, ਮੀਂਹ ਦੇ ਦਿਨ, ਇਹਨਾਂ ਮੀਂਹਾਂ ਦੇ ਦਿਨਾਂ ਦੇ ਵਿੱਚ ਜਦੋਂ ਬੱਚਾ ਘਰੇ ਆਪਣੇ ਬੋਲੂਗਾ ਨਾ ਕਿ ਅੱਜ ਬਰਸਾਤ ਬੜੀ ਹੋ ਰਹੀ ਆ, ਦੇਖੋ ਮੀਂਹ ਪੈਂਦਾ ਹੁੰਦਾ, ਬਰਸਾਤ ਨਹੀਂ ਹੁੰਦੀ। ਪੰਜਾਬੀ ਦੇ ਸ਼ਬਦਾਂ ਦੇ ਵਿੱਚ ਬੱਚੇ ਹਿੰਦੀ ਨੂੰ ਐਡ ਕਰਦੇ ਜਾਂਦੇ ਆ। ਬੱਚੇ ਕਹਿ ਰਹੇ ਆ ਕਿ ਸਾਨੂੰ ਪਾਣੀ ਦੀ ਬੜੀ ਪਿਆਸ ਲੱਗ ਰਹੀ ਆ, ਪਾਣੀ ਦੀ ਤੇਹ ਲੱਗਦੀ ਆ, ਪਾਣੀ ਦੀ ਧਿਆ ਲੱਗਦੀ ਆ, ਪਿਆਸ ਹਿੰਦੀ ਦਾ ਸ਼ਬਦ ਆ। ਅਸੀਂ ਬੱਚਿਆਂ ਨੂੰ ਸਕੂਲਾਂ 'ਚ ਭੇਜਿਆ ਕਿ ਬੱਚੇ ਚੰਗੀ ਸਿੱਖਿਆ ਲੈ ਕੇ ਆਉਣਗੇ, ਪਰ ਸਾਡੇ ਸਾਹਿਤ ਦੀ ਮਿਹਰਬਾਨੀ ਹੋਈ ਕਿ ਸਾਡੇ ਨੌਜਵਾਨੀ ਨੂੰ, ਸਾਡੇ ਬੱਚਿਆਂ ਨੂੰ ਵਿਗਾੜਨ ਦੇ ਲਈ ਪੂਰਾ ਸਾਹਿਤ ਨੇ ਰਾਜਮਾ ਜ਼ੋਰ ਲਾਇਆ। ਤੇ ਸਾਡੇ ਬੱਚਿਆਂ ਨੂੰ ਅਸੀਂ ਅੱਜ ਗਲਤ ਕਹਿ ਰਹੇ ਹਾਂ
ਕਿ ਸਾਡੇ ਬੱਚਿਆਂ ਨੂੰ ਸ਼ਹੀਦੀ ਜੋੜ ਮੇਲਿਆਂ ਤੇ ਜਾ ਕੇ ਬੱਚੇ ਪੜਾਕੇ ਮਾਰ ਰਹੇ ਆ, ਬੱਚੇ ਟਰੈਕਟਰਾਂ ਦੀਆਂ ਰੇਸਾਂ ਦੇ ਰਹੇ ਆ। ਉਹਦੇ 'ਚ ਕਸੂਰ ਨਾ ਤੁਹਾਡਾ ਏ ਨਾ ਸਾਡੇ ਬੱਚਿਆਂ ਦਾ, ਇਹ ਕਸੂਰ ਉਹ ਸਾਹਿਤ ਦਾ ਏ ਜਿਹੜਾ ਅਸੀਂ ਇੱਥੇ ਬੱਚਿਆਂ ਨੂੰ ਛੋਟੇ ਹੁੰਦਿਆਂ ਪੜ੍ਹਾਇਆ। ਹੁਣ ਜਿਹੜੇ ਉਸ ਜਿਹੜਾ ਲੇਖ ਪੜ੍ਹਿਆ ਵਾ ਵਿਸਾਖੀ ਦਾ ਮੇਲਾ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਸ਼ਾਮ ਨੂੰ ਤਾਂ ਜੀ ਸ਼ਰਾਬ ਪੀ ਕੇ ਜ਼ਿਮੀਂਦਾਰ ਕੁਛ ਲੜ ਪਏ। ਇਹਦਾ ਮਤਲਬ ਮੇਲਾ ਕਿਹੜਾ ਹੋਇਆ ਜਿੱਥੇ ਜ਼ਿਮੀਂਦਾਰ ਲੜਦੇ ਆ, ਉਹਦੇ ਬਿਨਾਂ ਤਾਂ ਮੇਲਾ ਨਹੀਂ ਹੋਇਆ। ਤਾਂ ਜਿਹੜਾ ਇਹ ਜਿਹੇ ਜੋੜ ਮੇਲਿਆਂ ਤੇ ਜਾਂ ਸ਼ਹੀਦੀ ਜੋੜ ਮੇਲੇ ਗੁਰੂ ਘਰਾਂ 'ਚ ਮਨਾਏ ਜਾਣ ਲੱਗੇ, ਉਹਨਾਂ ਤੇ ਜਿਹੜਾ ਇਹ ਸਾਰਾ ਕੁਝ ਹੋਣ ਲੱਗਿਆ, ਉਹਦਾ ਕਾਰਨ ਇਹ ਸੀ ਸਾਡੇ ਨਜ਼ਦੀਕ ਗੁਰਦੁਆਰਾ ਤਖਤੂਪੁਰਾ ਸਾਹਿਬ ਹੈ, ਜਿੱਥੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਹਰ ਸਾਲ ਮਾਘੀ ਵਾਲੇ ਦਿਨ ਤੋਂ ਸ਼ੁਰੂ ਹੋ ਕੇ 4 ਦਿਨ ਤੱਕ ਇੱਥੇ ਮੇਲਾ ਚੱਲਦਾ ਵਾ। ਸੋ ਹੁਣ ਵੈਸੇ ਕਾਫੀ ਸੁਧਾਰ ਹੋ ਗਿਆ। ਪਿਛਲੇ ਸਮੇਂ ਤੋਂ ਜਦੋਂ ਅਸੀਂ ਮੇਲੇ 'ਚ ਜਾਂਦੇ ਹੁੰਦੇ ਸੀ ਤਾਂ ਅਜਿਹੇ ਹੀ ਸੀਨ ਹੁੰਦੇ ਸੀ। ਇੱਥੇ ਨੌਜਵਾਨ ਰੌਲਾ ਰੱਪਾ, ਸ਼ੋਰ ਸ਼ਰਾਬਾ, ਧੀਆਂ ਭੈਣਾਂ ਨੂੰ ਛੇੜਨਾ ਮੇਲੇ ਦੇ ਵਿੱਚ। ਮੈਂ ਮੰਨਦਾ ਹੁੰਦਾ ਸੀ, ਅੱਜ ਮੈਨੂੰ ਪਤਾ ਲੱਗਿਆ ਵੀ ਸਾਨੂੰ ਤਾਂ ਕਿਤਾਬਾਂ 'ਚ ਇਹ ਕੁਝ ਪੜ੍ਹਾਇਆ ਗਿਆ ਵੀ ਜ਼ਿਮੀਂਦਾਰ ਲੜਦੇ ਹੁੰਦੇ ਆ, ਉਹ ਸ਼ਰਾਬ ਮੇਲਿਆਂ ਤੇ ਪੀਂਦੇ ਹੀ ਹੁੰਦੇ ਆ ਤੇ ਇਦਾਂ ਸ਼ੋਰ ਸ਼ਰਾਬਾ ਕਰਦੇ ਹੀ ਹੁੰਦੇ ਆ। ਉਹ ਚੀਜ਼ਾਂ ਮਾਨਸਿਕਤਾ ਦੇ ਵਿੱਚ ਬੈਠ ਗਈਆਂ ਬੱਚਿਆਂ ਦੀ, ਉਹ ਤਾਂ ਹੀ ਜਾ ਕੇ ਬੁਲਟਾਂ ਦੇ ਪਟਾਕੇ ਮਾਰਦੇ ਆ। ਇਹ ਤਾਂ ਹੀ ਸਾਰਾ ਕੁਝ ਇਦਾਂ ਚੱਲੀ ਜਾਂਦਾ। ਫਿਰ ਪੰਜਾਬੀ ਵਾਲੇ ਕਾਇਦੇ ਦੀ ਆਪਾਂ ਗੱਲ ਕਰਕੇ ਹਟੇ ਆ ਵੀ ਉਹ ਪੰਜਾਬੀ ਵਾਲੇ ਕਾਇਦੇ ਦੇ ਰਾਹੀਂ ਹਿੰਦੀ ਸਾਡੇ ਦੇ ਉੱਪਰ ਥੋਪ ਦਿੱਤੀ ਗਈ ਹੈ। ਸੋ ਹੁਣ ਇਹ ਕੁਛ ਕੁ ਦਿਨਾਂ ਦਾ ਮਸਲਾ ਸਾਹਮਣੇ ਆਇਆ, ਜਿਹਦੇ ਲਈ ਖਾਸ ਆਪਾਂ ਇਹ ਵੀਡੀਓ ਤਿਆਰ ਕਰੀ ਆ। ਮੈਨੂੰ ਕਿਉਂਕਿ ਜਦੋਂ ਆਪਾਂ ਆਪਣੇ ਕੋਲ ਕੋਈ ਪਾਵਰ ਹੈ ਨਾ, ਕਿਸੇ ਕੋਲ ਕਲਮ ਚੱਲਦੀ ਆ, ਕਿਸੇ ਕੋਲ ਕਿਸੇ ਦਾ ਬੋਲ ਚੱਲਦਾ, ਜਿਹੜੀ ਕਲਮ ਹੈ ਜਾਂ ਕੋਈ ਬੋਲਣਾ ਚਾਹੁੰਦਾ ਜਾਂ ਕੋਈ ਚੰਗਾ ਸਪੀਕਰ ਹੈ, ਕੋਈ ਬੋਲ ਸਕਦਾ ਹੈ, ਤਾਂ ਆਪਾਂ ਉਹਨੂੰ ਕਿਵੇਂ ਨਾ ਕਿਵੇਂ ਆਪਣੇ ਹੱਕਾਂ ਪ੍ਰਤੀ ਜਾਂ ਜੋ ਸਾਡੇ ਨਾਲ ਧੱਕਾ ਹੋ ਰਿਹਾ, ਜਿੰਨਾ ਚਿਰ ਅਸੀਂ ਬੋਲਦੇ ਨਹੀਂ ਉਹਨਾਂ ਚਿਰ ਕੁਝ ਬਣਨਾ ਨਹੀਂ। ਪਿਛਲੇ ਕੁਝ ਸਮੇਂ ਦੇ ਵਿੱਚ, ਕੁਝ ਦਿਨਾਂ ਦੀ ਇੱਕ ਗੱਲ ਹੈ ਕਿ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੋਲੀਟੀਕਲ ਸਾਇੰਸ ਦੀ ਜਿਹੜੀ ਰਾਜਨੀਤੀ ਵਿਗਿਆਨ ਦੀ ਪੁਸਤਕ ਹੈ, ਉਹਦੇ ਵਿੱਚ ਅੱਤਵਾਦ ਦੇ ਵੱਖ-ਵੱਖ ਰੂਪਾਂ ਦਾ ਵਰਣਨ ਕੀਤਾ ਗਿਆ। ਉਹ ਕਾਫੀ ਵਾਇਰਲ ਹੋ ਰਹੀ ਹੈ, ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੇਖੀ ਹੋਣੀ ਆ। ਉਸ ਸਾਰੀ ਜਿਹੜੀ ਹੈ ਉਹ ਕਿਤਾਬ ਦੇ ਵਿੱਚ ਇੱਕ ਅੱਤਵਾਦ ਦਾ ਰੂਪ ਦੱਸਿਆ ਹੋਇਆ, ਖਾਲਿਸਤਾਨੀ ਅੱਤਵਾਦ। ਉਹਦੇ ਵਿੱਚ ਆਪਾਂ ਪੜ੍ਹਿਆ ਕਿ ਕਿਵੇਂ ਸੰਤ ਜਰਨੈਲ ਸਿੰਘ ਜੀ ਉਹਦੇ ਨਾਲ ਰਹਿਣ ਵਾਲਿਆਂ ਨੇ ਕਿਵੇਂ ਉਹ ਸਾਰਾ ਖਤਮ ਕੀਤਾ, ਕਿਵੇਂ ਉਹ ਪੰਜਾਬ 'ਚ ਦਹਿਸ਼ਤ ਫੈਲਾ ਰਹੇ ਆ, ਕੀ ਕੁਛ ਉਹ ਕਰ ਰਹੇ ਆ, ਸਾਰਾ ਕੁਛ ਉਹ ਅਸੀਂ ਉਹਦੀ ਕਿਤਾਬ 'ਚ ਪੜ੍ਹਦੇ ਹਾਂ। ਇਹ ਉਹੀ ਕੜੀ ਹੈ ਗੁਰਮੁਖ ਪਿਆਰਿਓ, ਜਿਹੜੀ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਗਲਤ ਬਣਾਉਣ ਦੀ ਕੋਸ਼ਿਸ਼ ਹੈ। ਅੱਜ ਯੂਨੀਵਰਸਿਟੀ ਲੈਵਲ ਤੱਕ ਬੱਚਿਆਂ ਦੇ ਅੰਦਰ ਗਲਤ ਸੋਚ ਵਾੜਨ ਦੀਆਂ ਉਹ ਸਾਰੀਆਂ ਗੱਲਾਂ ਨੇ। ਧਿਆਨ ਰੱਖਿਓ, ਜਿਹੜੇ ਅਜਿਹੀਆਂ ਸਾਜ਼ਿਸ਼ਾਂ ਕਰਦੇ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਕੇ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੇ ਪੰਜਾਬ ਦੇ ਵਿੱਚ ਇੰਸਟੀਚਿਊਟ ਖੁੱਲ੍ਹ ਰਹੇ ਆ, ਉਹਨਾਂ ਦੇ ਨਾਮ ਤੇ ਸਕੂਲ ਖੁੱਲ੍ਹ ਰਹੇ ਆ, ਉਹਨਾਂ ਦੇ ਨਾਂ ਤੇ ਕੋਈ ਯੂਨੀਵਰਸਿਟੀ ਆ, ਉਹਨਾਂ ਦੇ ਨਾਂ ਤੇ ਕੋਈ ਸੰਸਥਾ, ਕੋਈ ਅਦਾਰਾ ਪੰਜਾਬ ਦੇ ਵਿੱਚ ਕੰਮ ਕਰਦਾ ਹੈ। ਯਾਦ ਰੱਖਿਓ, ਜੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿੱਖ ਨਾਇਕ ਮੰਨਦੇ ਆ ਨਾ, ਤੇ ਸਿੱਖ ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਾਰੇ ਹੀ ਯੋਧਿਆਂ ਨੂੰ ਆਪਣਾ ਸਿੱਖ ਨਾਇਕ ਮੰਨਦੇ ਆ। ਭੁਲੇਖੇ 'ਚ ਨਾ ਰਹਿ ਜਾਓ ਕਿਤੇ। ਕੋਈ ਵੀ ਸਿੱਖ ਆ ਜਿਹੜਾ ਉਹ ਇਹਨਾਂ ਦੀ ਉਹ ਬੇਅਦਬੀ ਨੂੰ ਨਹੀਂ ਚੱਲੂਗਾ। ਬਹੁਤ ਜ਼ਿਆਦਾ ਵਿਰੋਧ ਸਿੱਖਾਂ ਦੇ ਵਿੱਚ ਇਹ ਚੀਜ਼ ਦੇਖਣ ਆਈ ਆ ਤੇ ਇਹ ਹੁੰਦਾ ਰਹੂਗਾ। ਹੁਣ ਆਪਾਂ ਗੱਲ ਕਰਾਂਗੇ ਕਿ ਜਦੋਂ ਸਾਰਾ ਕੁਝ ਇਹ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਪੜ੍ਹਾਇਆ ਜਾ ਰਿਹਾ, ਫਿਰ ਇਹਦਾ ਹੱਲ ਕੀ ਹੋਵੇ? ਹੱਲ ਦੇਖੋ ਗੁਰਮੁਖ ਪਿਆਰਿਓ, ਇਹ ਅਸੀਂ ਗੁਲਾਮ ਦੇਸ਼ ਦੇ ਵਾਸੀ ਹਾਂ, ਅਸੀਂ ਗੁਲਾਮ ਦੇਸ਼ 'ਚ ਰਹਿੰਦੇ ਹਾਂ। ਗੁਲਾਮਾਂ ਦਾ ਆਪਦਾ ਕੋਈ ਸਿਲੇਬਸ ਨਹੀਂ ਹੁੰਦਾ। ਗੁਲਾਮਾਂ ਨੂੰ ਦਿੱਤੀ ਹੋਈ ਕਿਸੇ ਦੀ ਕਿਤਾਬ ਪੜ੍ਹਨੀ ਪੈਂਦੀ ਆ, ਗੁਲਾਮਾਂ ਨੂੰ ਕਿਸੇ ਦਾ ਦਿੱਤਾ ਹੋਇਆ ਸਿਲੇਬਸ ਪੜ੍ਹਨਾ ਪੈਂਦਾ, ਗੁਲਾਮਾਂ ਨੂੰ ਕਿਸੇ ਦੇ ਦਿੱਤੇ ਹੋਏ ਤੌਰ ਤਰੀਕੇ ਦੇ ਨਾਲ ਉਵੇਂ ਉਹਨਾਂ ਦਾ ਆਰਥਿਕ ਢਾਂਚਾ ਬਣਦਾ, ਉਵੇਂ ਹੀ ਉਹਨਾਂ ਦਾ ਰਹਿਣ ਸਹਿਣ ਬਣਦਾ। ਜਦੋਂ ਆਪਾਂ ਕਿਸੇ ਦੇ ਕਿਰਾਏ ਦੇ ਘਰੇ ਰਹਿੰਦੇ ਹੋਈਏ ਨਾ, ਉਦੋਂ ਆਪਣੀ ਮਰਜ਼ੀ ਨਹੀਂ ਚੱਲਦੀ ਹੁੰਦੀ। ਸੋ ਆਪਾਂ ਨੂੰ ਉਹਨਾਂ ਦਾ ਦਿੱਤਾ ਹੋਇਆ ਸਿਲੇਬਸ ਪੜ੍ਹਨਾ ਪੈਣਾ। ਜੇ ਆਪਾਂ ਵਿਰੋਧ ਕਰਾਂਗੇ, ਨਾ ਪੜ੍ਹਾਂਗੇ, ਤਾਂ ਸਾਡੇ ਬੱਚਿਆਂ ਨੂੰ ਸਰਟੀਫਿਕੇਟ ਨਹੀਂ ਮਿਲਣਾ। ਚਲੋ ਵੱਖਰੀ ਗੱਲ, ਉਹ ਅਸੀਂ ਕਿਤੇ ਨਾ ਕਿਤੇ ਪੈਸੇ ਦੀ ਚਮਕ ਦਮਕ 'ਚ ਲਾ ਲਓ ਜਾਂ ਕਿਵੇਂ ਲਾ ਲਓ ਕਿ ਅਸੀਂ ਉਹ ਹੱਲ ਨਹੀਂ ਕਰ ਰਹੇ ਹੈਗੇ, ਇਹ ਚੀਜ਼ ਦਾ ਅਸੀਂ ਨਹੀਂ ਬੋਲ ਰਹੇ। ਅਸੀਂ ਕਿਵੇਂ ਨਾ ਕਿਤੇ ਨਾ ਕਿਤੇ ਅਸੀਂ ਰਾਸ਼ਟਰਵਾਦ ਦੇ ਉਹ ਹੇਠਾਂ ਲੱਗ ਕੇ ਚੱਲਣਾ ਚਾਹੁੰਦੇ ਹਾਂ, ਉਹ ਵੱਖਰੀ ਗੱਲ ਆ। ਪਰ ਸਾਡੇ ਜਿਹੜਾ ਪੰਜਾਬ ਦੇ ਵਿੱਚ ਅਸੀਂ ਉਹ ਗੁਲਾਮੀ ਦਾ ਕਰਕੇ ਸਾਡੇ ਨਾਲ ਸਾਰਾ ਕੁਝ ਹੋ ਰਿਹਾ। ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਅਸੀਂ ਇਕੱਤਰ ਹੋ ਕੇ ਇਹ ਕੰਮ ਕਰ ਸਕਦੇ ਹਾਂ। ਜਿੰਨਾ ਏਜੰਸੀਆਂ ਦਾ ਜ਼ੋਰ ਲੱਗਿਆ ਇਹ ਕੰਮ ਦੇ ਉੱਪਰ, ਜਿੰਨਾ ਭਾਰਤ ਨੂੰ ਸਾਡੇ ਸਿੱਖ ਨੌਜਵਾਨਾਂ ਨੂੰ ਵਿਗਾੜਨ ਦੇ ਉੱਪਰ ਏਜੰਸੀਆਂ ਨੇ ਜ਼ੋਰ ਲਾ ਰਹੀਆਂ ਨੇ, ਜਿੰਨੀਆਂ ਕੋਈ ਸਿੱਖ ਵਿਰੋਧੀ ਤਾਕਤਾਂ ਇਹ ਚੀਜ਼ ਤੇ ਜ਼ੋਰ ਲਾ ਰਹੀਆਂ ਨੇ, ਜਿੰਨਾ ਪੈਸਾ ਉਹ ਖਰਚ ਕਰ ਰਹੇ ਨੇ, ਉਦੋਂ ਬਹੁਤ ਘੱਟ ਪੈਸਾ ਖਰਚ ਕਰਕੇ ਅਸੀਂ ਬੱਚਿਆਂ ਨੂੰ ਸਿੱਖੀ ਵੱਲ ਜਾ ਸਕਦੇ ਹਾਂ। ਨਵੀਂ ਕੋਈ ਪਲੈਨਿੰਗ ਬਣ ਸਕਦੀ ਆ। ਸਾਡਾ ਧਿਆਨ ਹੀ ਹੈ ਨਹੀਂ ਇੱਧਰ ਨੂੰ। ਸਾਡਾ ਧਿਆਨ ਤਾਂ ਆਪਸ ਵਿੱਚ ਲੜਾਈਆਂ ਵੱਲ ਹੋਇਆ ਪਿਆ, ਆਪਸ ਵਿੱਚ ਇੱਕ ਦੂਜੇ ਨੂੰ ਨੀਚ ਦਿਖਾਉਣ ਵੱਲ ਹੋਇਆ ਪਿਆ। ਇਹੀ ਕੰਮ ਦੇ ਵਿੱਚ ਉਹ ਈਸਾਈ ਆ ਜਿਹੜੇ ਉਹ ਕਿੱਡਾ ਵੱਡਾ ਆਪਦਾ ਕੰਮ ਕਰ ਜਾਂਦੇ ਆ। ਪੰਜਾਬ ਦੇ ਵਿੱਚ ਕਿੰਨਾ ਕੁਝ ਆ ਜਿਹੜਾ ਇਹਦਾ ਸਿਲੇਬਸ ਗਲਤ ਪਾ ਦਿੱਤਾ ਜਾਂਦਾ ਹੈ। ਅਸੀਂ ਆਪਦਾ ਲੜਦੇ ਰਹਿ ਜਾਂਦੇ ਹਾਂ ਤੇ ਜਿਹੜਾ ਕੋਈ ਵੀ ਸਿੱਖ ਵਿਰੋਧੀ ਬੰਦਾ ਉਹ ਸਾਈਡ ਤੋਂ ਉਹਦੀ ਆ ਕੇ ਪਾਸਿਓਂ ਆ ਕੇ ਇੱਦਾਂ ਬੱਚਿਆਂ ਨੂੰ ਖਰਾਬ ਕਰ ਜਾਂਦਾ। ਸੋ ਅਸੀਂ ਬਹੁਤ ਘੱਟ ਪੈਸਿਆਂ 'ਚ ਬਹੁਤ ਕੁਛ ਆ ਆਪਣੇ ਕੋਲੇ, ਬੜਾ ਇਤਿਹਾਸ, ਅਮੀਰ ਵਿਰਸਾ ਆਪਣੇ ਕੋਲੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 1430 ਅੰਗ ਆ ਸਾਡੇ ਕੋਲ ਤਾਂ ਬੜੀਆਂ ਮਹਾਨ ਗੱਲਾਂ ਏ।
ਸਾਡਾ ਤਾਂ ਇਤਿਹਾਸ ਐਡਾ ਵੱਡਾ ਨਿਆਰਾ ਹੈ, ਸਾਡਾ ਹਰ ਕੈਲੰਡਰ ਦਾ ਹਰ ਦਿਨ ਸ਼ਹੀਦਾਂ ਦੇ ਲਹੂ ਦੇ ਨਾਲ ਰੰਗਿਆ ਹੋਇਆ। ਸਾਡੇ ਕੋਲ ਤਾਂ ਇੰਨਾ ਕੁਛ ਹੈ। ਸੋ ਜਿਵੇਂ ਕੜੀ ਜੁੜਦੀ ਆ ਨਾ, ਆਪਾਂ ਉਹ ਸ਼ਹੀਦਾਂ ਨੂੰ ਭਾਈ ਮਨੀ ਸਿੰਘ ਹੋਣਾ ਜੀ ਨੂੰ, ਭਾਈ ਸ਼ਹੀਦ ਭਾਈ ਸਤਿਕਾਰਯੋਗ ਭਾਈ ਤਾਰੂ ਸਿੰਘ ਜੀ ਹੋਣਾ ਨੂੰ, ਬਾਬਾ ਭਾਈ ਸ਼ਵੇਕ ਸਿੰਘ ਭਾਈ ਸ਼ਾਹਬਾਜ਼ ਸਿੰਘ ਜੀ ਨੂੰ, ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮੰਨਦੇ। ਉਸੇ ਤਰ੍ਹਾਂ ਉਸੇ ਕੜੀ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਤੇ ਇਹਨਾਂ ਦੇ ਨਾਲ ਸਾਰੇ ਸ਼ਹੀਦ ਹੋਣ ਵਾਲਿਆਂ ਨੂੰ ਵੀ ਸਿੱਖ ਸ਼ਹੀਦ ਮੰਨਦਾ। ਇਹ ਕੋਈ ਸਰਕਾਰ ਮੰਨੇ ਕੋਈ ਕੁਛ ਨਾ ਮੰਨੇ, ਪਰ ਹਰ ਇੱਕ ਸਿੱਖ ਹੀ ਆਪਣੇ ਦਿਲ 'ਚ ਉਹਨਾਂ ਪ੍ਰਤੀ ਪਿਆਰ ਰੱਖਦਾ, ਉਹਨਾਂ ਨੂੰ ਸ਼ਹੀਦ ਮੰਨਦਾ। ਇਹ ਚੀਜ਼ ਤੁਹਾਨੂੰ ਮੰਨ ਕੇ ਚੱਲਣੀ ਪੈਣੀ ਆ। ਕਿਤਾਬਾਂ 'ਚ ਲਿਖ ਲੁੱਕ ਕੇ ਤੁਸੀਂ ਸ਼ਹੀਦਾਂ ਦਾ ਸਤਿਕਾਰ ਸਿੱਖਾਂ ਦੇ ਦਿਲਾਂ 'ਚੋਂ ਘਟਾ ਨਹੀਂ ਸਕਦੇ। ਬਹੁਤ ਵੱਡਾ ਵਹਿਮ ਆ, ਇਹਨੂੰ ਛੱਡ ਦਿਓ, ਦਿਮਾਗ ਦੇ ਵਿੱਚੋਂ ਕੱਢ ਦਿਓ। ਇਹ ਗੱਲ ਨਹੀਂ ਹੋਣੀ ਕਦੇ ਵੀ। ਸਿੱਖ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਬੁਰਾ ਮੰਨਣ ਲੱਗ ਜੂ। ਸਿੱਖ ਸਾਰਾ ਕੁਝ ਪੜ੍ਹਦੇ ਆ, ਸਿੱਖ ਇਕੱਲੇ ਧਰਨੇ ਲਾਉਣ ਜੋਗੇ ਨਹੀਂ, ਕਿਤਾਬਾਂ ਵੀ ਪੜ੍ਹਦੇ ਆ, ਸਾਰਾ ਇਤਿਹਾਸ ਜਾਣਦੇ ਆ, ਸਭ ਕੁਝ ਜਾਣਦੇ ਆ। ਸੋ ਮੈਂ ਅਪੀਲ ਕਰਦਾ ਕਿ ਇਹ ਤਾਂ ਇੱਕ ਬਹੁਤ ਵੱਡਾ ਨੁਕਸ ਸਾਹਮਣੇ ਆਇਆ ਨਾ ਕਿ ਸਕੂਲਾਂ ਦੇ ਵਿੱਚ ਸਾਰਾ ਕੁਝ ਬੱਚੇ ਆ ਜਾਂ ਕੁਝ ਸਿੱਖਦੇ ਆ, ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ। ਉਹਨਾਂ ਨੂੰ ਸਕੂਲਾਂ 'ਚ ਸਿਖਾਇਆ ਜਾਂਦਾ, ਉਹ ਬਾਹਰੋਂ ਕੋਈ ਟੀਚਰ ਨਹੀਂ ਸਿਖਾਉਂਦਾ, ਕੋਈ ਉਹਨਾਂ ਨੂੰ ਮਾਂ ਪਿਓ ਨਹੀਂ ਸਿਖਾਉਂਦਾ ਕਿ ਪੁੱਤ ਜਾ ਕੇ ਉੱਥੇ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ, ਤੇ ਉੱਥੇ ਪੁੱਤਾ ਬੁਲਟ ਲੈ ਕੇ ਜਾ ਤੇ ਉੱਥੇ ਪੜਾਕੇ ਮਾਰ ਚੱਲ ਕੇ। ਉਹਨਾਂ ਨੂੰ ਕਿਤਾਬਾਂ 'ਚ ਇਹ ਕੁਝ ਸਿਖਾਇਆ ਜਾਂਦਾ, ਸਾਹਿਤ 'ਚ ਇਹ ਕੁਝ ਸਿਖਾਇਆ ਜਾਂਦਾ। ਸਰਕਾਰੀ ਸਕੂਲਾਂ ਦੇ ਵਿੱਚ ਧਰਮ ਨਹੀਂ ਪੜ੍ਹਾਇਆ ਜਾਂਦਾ ਬੱਚਿਆਂ ਨੂੰ। ਜਦੋਂ ਤੁਸੀਂ ਉਹਦਾ ਕਾਰਨ ਪੁੱਛੋਗੇ ਨਾ, ਸਰਕਾਰੀ ਸਕੂਲ 'ਚ ਧਰਮ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਿੱਖ ਧਰਮ ਦੀ ਨੌਲੇਜ ਅਸੀਂ ਕਿਉਂ ਨਹੀਂ ਸਕੂਲਾਂ 'ਚ ਦੇ ਸਕਦੇ, ਤਾਂ ਉੱਥੋਂ ਇੱਕ ਰਿਪਲਾਈ ਆਉਂਦਾ, ਤੁਹਾਨੂੰ ਜਵਾਬ ਮਿਲਦਾ ਕਿ ਸਰਕਾਰੀ ਸਕੂਲ ਦੇ ਵਿੱਚ ਧਰਮ ਦੀ ਗੱਲ ਕਰਨੀ ਇੱਕ ਬਹੁਤ ਵੱਡਾ ਅਪਰਾਧ ਆ, ਕਿਉਂਕਿ ਉੱਥੇ ਮੁਸਲਮਾਨਾਂ ਦੇ ਬੱਚੇ ਵੀ ਪੜ੍ਹਦੇ ਆ, ਉੱਥੇ ਨਾਸਤਕਾਂ ਦੇ ਬੱਚੇ ਵੀ ਪੜ੍ਹਦੇ ਆ, ਉੱਥੇ ਹਿੰਦੂ ਕਮਿਊਨਿਟੀ ਦੇ ਬੱਚੇ ਵੀ ਪੜ੍ਹਦੇ ਆ। ਤੁਸੀਂ ਇਕੱਲਾ ਸਿੱਖ ਧਰਮ ਉੱਥੇ ਨਹੀਂ ਪੜ੍ਹਾ ਸਕਦੇ। ਅੱਛਾ, ਅੰਧ ਵਿਸ਼ਵਾਸ ਫੈਲਾ ਸਕਦੇ ਹਾਂ ਅਸੀਂ ਸਕੂਲਾਂ 'ਚ? ਤੁਸੀਂ ਕੋਈ ਵੀ ਪੰਜਾਬੀ ਦੀ ਬੁੱਕ ਲੈ ਲਓ, 10th ਕਲਾਸ ਦੀ ਲੈ ਲਓ, 10ਵੀਂ ਦੀ ਲੈ ਲਓ, 12ਵੀਂ ਦੀ ਲੈ ਲਓ, ਉਹਦੇ ਵਿੱਚ ਲਿਖਿਆ ਹੋਇਆ ਪੰਜਾਬ ਦੇ ਲੋਕ ਮੇਲੇ, ਜਿਹਦੇ ਵਿੱਚ ਅਜਿਹੇ ਪੰਜਾਬ ਦੇ ਵਿੱਚ ਲੋਕ ਮੇਲੇ ਆ, ਗੁੱਗਾ ਮਾੜੀ ਦਾ ਮੇਲਾ, ਨਗਾਹੇ ਪੀਰ ਦਾ ਮੇਲਾ, ਕਿੰਨੇ ਕਿੰਨੇ ਅਜਿਹੇ ਮੈਂ ਤੁਹਾਨੂੰ ਉਹ ਕਿਤਾਬ ਦੇ ਵਿੱਚ ਗਿਣਾਵਾਂ। ਕੀ ਇਹ ਅੰਧ ਵਿਸ਼ਵਾਸ ਨਹੀਂ? ਅੰਧ ਵਿਸ਼ਵਾਸ ਫੈਲਾਉਣ ਦੀ ਇਜਾਜ਼ਤ ਹੈ ਸਾਨੂੰ? ਜੇ ਅਸੀਂ ਸਿੱਖ ਧਰਮ ਦੀ ਗੱਲ ਸਕੂਲਾਂ 'ਚ ਨਹੀਂ ਕਰ ਸਕਦੇ, ਕਾਲਜਾਂ 'ਚ ਨਹੀਂ ਕਰ ਸਕਦੇ, ਅੰਧ ਵਿਸ਼ਵਾਸ ਫੈਲਾਉਣ ਦੀ ਗੱਲ ਕਰ ਸਕਦੇ ਹਾਂ? ਜਿਹੜੇ ਐਡਵਰਟਾਈਜ਼ ਕਰਦੇ ਆ, ਅਖਬਾਰ ਕਰਦੇ ਆ, ਅਖਬਾਰਾਂ 'ਤੇ ਇਸ਼ਤਿਹਾਰ ਆਉਂਦਾ ਜਾਂ ਟੀਵੀ 'ਚ ਇਸ਼ਤਿਹਾਰ ਆਉਂਦਾ ਅੰਧ ਵਿਸ਼ਵਾਸ ਦਾ, ਅਸੀਂ ਕਿੰਨਾ ਰਾਜਮਾ ਵਿਰੋਧ ਕਰਦੇ ਹਾਂ। ਪਰ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਪਰੋਸਣੀਆਂ ਸਰਕਾਰੀ ਸਕੂਲਾਂ 'ਚ, ਕੀ ਉਹ ਜਾਇਜ਼ ਆ? ਕੀ ਇੱਦਾਂ ਹੋਣਾ ਚਾਹੀਦਾ? ਅੰਧ ਵਿਸ਼ਵਾਸ ਆ ਸਕੂਲਾਂ ਦੇ ਵਿੱਚ ਫੈਲਾ ਦੇਣਾ ਚਾਹੀਦਾ? ਇਹ ਦੋਹਰੀ ਨੀਤੀ ਨਹੀਂ ਚੱਲਣੀ। ਹੌਲੀ ਹੌਲੀ ਕਿਤੇ ਨਾ ਕਿਤੇ ਤੁਹਾਨੂੰ ਇਹ ਸਮਝਣੀ ਪੈਣੀ ਹੈ ਗੱਲ। ਅਸੀਂ ਕੀ ਕਰਨਾ? ਅਸੀਂ ਇਹ ਕਰੋ ਕਿ ਪਿੰਡਾਂ ਦੇ ਵਿੱਚ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਸ਼ੁਰੂ ਕਰੋ। ਜਿਹੜੇ ਨੇੜੇ ਤੇੜੇ ਤੁਹਾਡੇ ਸਕੂਲ ਦੇ ਵਿੱਚ ਕਿਤੇ ਨਾ ਕਿਤੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਆ, ਉਹਨਾਂ ਨੂੰ ਗੁਰੂਆਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ, ਬੱਚੇ ਨੂੰ ਐਡਮਿਸ਼ਨ ਉੱਥੇ ਦਿਵਾਓ। ਅਸੀਂ ਇਹੀ ਕਰ ਸਕਦੇ ਆ ਨਾ। ਜੋ ਬੱਚਿਆਂ ਨੂੰ ਵਿਗਾੜਨ ਤੇ ਜ਼ੋਰ ਲਾਇਆ ਹੋਇਆ, ਤਾਂ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਮਝਾਉਣ ਤੇ, ਗੁਰੂ ਵਾਲੇ ਪਾਸੇ ਲਾਉਣ ਤੇ ਸਾਨੂੰ ਥੋੜ੍ਹਾ ਜਿਹਾ ਜ਼ੋਰ ਲਾਉਣਾ ਪੈਣਾ, ਕਿਉਂਕਿ ਆਪਣੇ ਕੋਲ ਇੰਨੀ ਅਮੀਰ ਚੀਜ਼ ਆ, ਸਾਰੀਆਂ ਚੀਜ਼ਾਂ ਨੂੰ ਫੇਲ ਕਰ ਦਿੰਦਾ। ਤਕੜੀਆਂ ਸੋਚਾਂ ਢੇਰੀ ਹੋ ਜਾਂਦੀਆਂ ਗੁਰੂ ਸਾਹਿਬ ਜੀ ਦੀ ਸੋਚ ਅੱਗੇ। ਕਿੱਡੇ ਕਵੀ ਹੋਏ ਆ, ਕਿੱਡੇ ਰਾਈਟਰ ਹੋਏ ਆ, ਗੁਰੂ ਸਾਹਿਬ ਜੀ ਦੇ ਫਲਸਫੇ ਦੇ ਅੱਗੇ ਢੇਰ ਆ ਸਾਰੇ ਜਾਣੇ। ਸੋ ਆ ਕਿਤਾਬਾਂ, ਸਾਹਿਤ ਵਗੈਰਾ ਜਿੰਨਾ ਵੀ ਇਹ ਸਾਰਾ ਸਾਡੇ ਸਿੱਖ ਬੱਚਿਆਂ ਨੂੰ ਖਰਾਬ ਕਰਨ ਵਾਸਤੇ ਛਾਪਿਆ ਜਾ ਰਿਹਾ। ਇਸ ਤੋਂ ਬਹੁਤ ਵੱਡੀਆਂ ਅਮੀਰ ਗੱਲਾਂ ਸਾਡੇ ਕੋਲ ਹੈਗੀਆਂ, ਇਹਨਾਂ ਨੂੰ ਮਿੱਟੀ ਕਰਨ ਵਾਸਤੇ ਬੱਚਿਆਂ ਨੂੰ ਦੱਸੀਏ ਤਾਂ ਕਿ ਬੱਚੇ ਜਾਗਰੂਕ ਹੋ ਸਕਣ। ਬੱਚੇ ਸਵਾਲ ਕਰਨ ਅੱਗੇ ਜਾ ਕੇ ਕਿ ਸਾਡੇ ਇਤਿਹਾਸ ਦੇ ਵਿੱਚ ਤਾਂ ਇੱਦਾਂ ਕੋਈ ਗੱਲ ਨਹੀਂ, ਅਸੀਂ ਸ਼ਹੀਦੀ ਜੋੜ ਮੇਲੇ ਐਂ ਥੋੜ੍ਹਾ ਮਨਾਉਣੇ ਆ ਜਿਵੇਂ ਤੁਸੀਂ ਦੱਸੀ ਜਾਂਦੇ ਹੋ ਕਿ ਉੱਥੇ ਸ਼ਰਾਬਾਂ ਪੀ ਕੇ ਲੜੀਦਾ ਹੁੰਦਾ, ਜਾਂ ਉੱਥੇ ਜਾ ਕੇ ਸ਼ਰਾਬਾਂ ਪੀ ਕੇ ਸਾਡੇ ਲੋਕ ਲੜਦੇ ਆ। ਨਹੀਂ। ਹੁਣ ਉਹੀ ਗੱਲ ਵੀ ਜੋ ਜਿਵੇਂ ਮਾਰਦਾ ਧਮਾਮੇ ਜੱਟ ਮੇਲੇ ਹੈਗਾ, ਧਨੀ ਰਾਮ ਚਾਤਕ ਦੀ ਗੱਲ ਤਾਂ ਸਾਨੂੰ ਪੜ੍ਹਾਈ ਜਾਂਦੀ ਹੁੰਦੀ ਸੀ। ਅੱਜ ਚਲੋ ਮੈਂ ਭੁੱਲ ਗਿਆ, ਕਾਫੀ ਸਾਲ ਹੋ ਗਏ, ਸਾਨੂੰ ਯਾਦ ਹੁੰਦੀ ਸੀ ਸਾਰੀ, ਉਹ ਸਾਡੀ ਰਟੀ ਵੀ ਹੁੰਦੀ ਸੀ, ਸਾਡਾ ਪੇਪਰ ਦੇ ਵਿੱਚ ਸਾਨੂੰ ਆਉਂਦੀ ਹੁੰਦੀ ਕੰਪਲਸਰੀ ਸੀ, ਉਹ ਨੰਬਰ ਮਿਲਦੀ, ਸਾਨੂੰ ਹਟਾ ਦਿੱਤੀ ਗਈ ਕਿ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਕਿਵੇਂ ਜਾਂਦਾ ਮੇਲੇ ਦੇ ਵਿੱਚ ਸੱਜ ਧੱਜ ਕੇ। ਤਾਂ ਅਸੀਂ ਤਾਂ ਉਵੇਂ ਦਾ ਆਪਦੇ ਅੰਦਰ ਸੀਨ ਬਣਾਵਾਂਗੇ ਨਾ। ਚਲੋ ਮੈਂ ਬਾਣੀ ਪੜ੍ਹਦਾ ਕਰਕੇ, ਇਤਿਹਾਸ ਪੜ੍ਹਦਾ ਕਰਕੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ, ਮਾੜੇ ਕੰਮਾਂ ਤੋਂ ਰੋਕਤਾ। ਤੇ ਜਿਹੜਾ ਮੇਰਾ ਭਰਾ ਕੋਈ ਨਹੀਂ ਇਤਿਹਾਸ ਪੜ੍ਹਦਾ ਜਾਂ ਨਹੀਂ ਗੁਰਬਾਣੀ ਪੜ੍ਹਦਾ, ਉਹ ਤਾਂ ਫਿਰ ਉਹ ਜਿਵੇਂ ਕਿਤਾਬਾਂ ਦੇ ਵਿੱਚ ਦੱਸਿਆ ਉਹਨਾਂ ਤੋਂ ਉਵੇਂ ਕਰਨਾ। ਉਹ ਤਾਂ ਪਟਾਕੇ ਮਾਰੂਗਾ ਬੁਲਟਾਂ ਦੇ ਜਾ ਕੇ ਜੀ, ਉਹ ਤਾਂ ਰੇਸਾਂ ਦੇਊਗਾ ਜਾ ਕੇ, ਕਿਉਂਕਿ ਹੋਰ ਕੋਈ ਤਰੀਕਾ ਹੀ ਨਹੀਂ ਦੱਸਣ ਨੂੰ ਰਿਹਾ। ਗੁਰਦੁਆਰਿਆਂ 'ਚੋਂ ਅਸੀਂ ਬੱਚਿਆਂ ਦੀਆਂ ਕਲਾਸਾਂ ਨਹੀਂ ਲਾ ਰਹੇ ਗੁਰਬਾਣੀ ਦੀਆਂ, ਸਕੂਲਾਂ ਦੇ ਵਿੱਚ ਕੋਈ ਸਾਡੇ ਕੋਲੇ ਤਰੀਕਾ ਨਹੀਂ ਹੈਗਾ ਬੱਚਿਆਂ ਨੂੰ ਦੱਸਣ ਦੇ ਬਾਰੇ। ਸਰਕਾਰੀ ਸਕੂਲ 'ਚ ਤਾਂ ਖਤਮ ਹੀ ਕਰਤੀ ਗੱਲ। ਸੋ ਪੰਜਾਬ ਦੇ ਬਹੁਤ ਅਜਿਹੇ ਪ੍ਰਾਈਵੇਟ ਸਕੂਲ ਹੈਗੇ ਆ ਜਿੱਥੇ ਕਿ ਧਾਰਮਿਕ ਟੀਚਰ ਵੀ ਪਿੰਡਾਂ ਦੇ ਵਿੱਚ ਉਹ ਸਕੂਲ ਮੈਨੇਜਮੈਂਟ ਵੱਲੋਂ ਰੱਖੇ ਜਾ ਰਹੇ ਆ, ਜਾਂ ਕੋਈ ਕਈ ਪੰਜਾਬ ਦੇ ਵਿੱਚ ਕਈ ਸੰਸਥਾਵਾਂ ਵੱਲੋਂ ਜਿਹੜੇ ਅਧਿਆਪਕ ਸਾਹਿਬਾਨ ਆ ਉਹ ਸਕੂਲਾਂ ਦੇ ਵਿੱਚ ਆਪੋ ਆਪਣਾ ਕੰਮ ਕਰ ਰਹੇ ਆ। ਮੈਂ ਉਹਨਾਂ ਨੂੰ ਸਾਰਿਆਂ ਨੂੰ ਦਿਲੋਂ ਸਲਾਮ ਕਰਦਾ। ਜਿੰਨੀਆਂ ਵੀ ਧਾਰਮਿਕ ਸੰਸਥਾਵਾਂ, ਜਿੰਨੇ ਵੀ ਧਾਰਮਿਕ ਅਦਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਟੀਚਰਾਂ ਨੂੰ ਭੇਜ ਕੇ ਬੱਚਿਆਂ ਨੂੰ ਸਿੱਖਿਆਵਾਂ ਦੇ ਰਹੇ ਆ, ਮੈਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦਾ। ਇਹ ਆਪਾਂ ਨੂੰ ਰਲ ਮਿਲ ਕੇ ਐਂ ਕਰਨਾ ਪੈਣਾ, ਪਿੰਡਾਂ 'ਚ ਇਕੱਠੇ ਹੋਈਏ, ਗੁਰਦੁਆਰਾ ਸਾਹਿਬ ਇਕੱਠ ਕਰੀਏ ਬੱਚਿਆਂ ਦਾ, ਹਰ ਸਾਲ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈਏ, ਦੇਖੀਏ ਸਾਲ ਦੇ ਵਿੱਚ ਇਹਨਾਂ ਨੇ ਕੀ ਕੁਛ ਕਰਿਆ ਸਾਰਾ। ਸੋ ਅਸੀਂ ਬਹੁਤ ਘੱਟ ਪੈਸੇ ਦੇ ਵਿੱਚ, ਬਹੁਤ ਘੱਟ ਖਰਚੇ ਦੇ ਵਿੱਚ ਬੱਚਿਆਂ ਨੂੰ ਬਹੁਤ ਅੱਗੇ ਤੱਕ ਸਿੱਖੀ ਦੀ ਨੌਲੇਜ ਦੇ ਸਕਦੇ ਹਾਂ।
ਪਰ ਥੋੜਾ ਸੋਚੀਏ ਇਹਦੇ ਬਾਰੇ। ਤੇ ਜਿੰਨਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਹ ਚੱਲ ਰਿਹਾ, ਜੇ ਅਜਿਹਾ ਕੁਝ ਆਈ ਚੱਲਦਾ ਰਿਹਾ, ਅਸੀਂ ਚੁੱਪ ਰਹੇ, ਤਾਂ ਉਹ ਦਿਨ ਦੂਰ ਨਹੀਂ ਜਿੱਥੇ ਇੱਥੇ ਸਿੱਖਾਂ ਦੇ ਬੱਚੇ ਸੀਗੇ, ਜਾਂ ਆਪਾਂ ਦਸਤਾਰਾਂ ਦੀ ਗੱਲ ਜੂੜਿਆਂ ਦੀ ਕਰਦੇ ਹਾਂ, ਤਾਂ ਇੱਥੇ ਈਸਾਈ ਬੱਚੇ ਦਿਸਣਗੇ, ਹੋਰਾਂ ਧਰਮਾਂ ਦੇ ਬੱਚੇ ਜ਼ਿਆਦਾ ਦਿਸਣਗੇ। ਸਾਨੂੰ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਆਪਾਂ ਦੱਸ ਹੀ ਨਹੀਂ ਰਹੇ ਕਿਸੇ ਨੂੰ ਕੁਝ, ਗੱਲ ਹੀ ਨਹੀਂ ਬਣ ਰਹੀ, ਉੱਦਾਂ ਪ੍ਰਚਾਰ ਨਹੀਂ ਹੋ ਰਿਹਾ। ਸਾਡੇ ਕੋਲ ਸਾਧਨ ਬੜੇ ਆ, ਸਾਡੇ ਕੋਲ ਪੈਸਾ ਬੜਾ ਹੈ, ਸਾਡੇ ਕੋਲ ਤਰੀਕੇ ਬੜੇ ਆ, ਅਸੀਂ ਡਿਜੀਟਲ ਤਰੀਕੇ ਨਾਲ ਬੜਾ ਕੁਝ ਸਿਖਾ ਸਕਦੇ ਹਾਂ, ਪਰ ਅਸੀਂ ਇਹਦੇ ਬਾਰੇ ਡਿਬੇਟ ਹੀ ਨਹੀਂ ਕਰ ਰਹੇ, ਇਹਦੇ ਬਾਰੇ ਇਕੱਠੇ ਹੀ ਨਹੀਂ ਹੋ ਰਹੇ, ਬੱਚਿਆਂ ਨੂੰ ਦੱਸ ਹੀ ਨਹੀਂ ਰਹੇ ਕਿਸੇ ਤਰੀਕੇ ਦੇ ਨਾਲ। ਸੋ ਸਾਨੂੰ ਇਹਦੇ ਬਾਰੇ ਸਾਰਾ ਸੋਚਣਾ ਸਮਝਣਾ ਚਾਹੀਦਾ। ਸੋ ਅੱਜ ਜਿਹੜਾ ਤੁਸੀਂ ਇਹ ਥੰਬਨੇਲ ਦੇਖਿਆ ਵਾ ਵੀ ਬੱਚੇ ਉਹਨਾਂ ਦਾ ਕਸੂਰ ਕੀ ਆ, ਸੋ ਜੇ ਆਪਾਂ ਦੇਖਿਆ ਜਾਵੇ ਉਹਨਾਂ ਬੱਚਿਆਂ ਦਾ ਕਸੂਰ ਆ, ਤੇ ਉਹਨਾਂ ਬੱਚਿਆਂ ਤੱਕ ਜਦੋਂ ਤੱਕ ਇਹ ਵੀਡੀਓ ਪਹੁੰਚਦੀ ਆ ਨਾ, ਤੁਸੀਂ ਮੇਰੇ ਭੈਣ ਹੋ ਚਾਹੇ ਭਰਾ, ਤੁਸੀਂ ਛੋਟੇ ਵੀਰ ਵੱਡੇ ਵੀਰ ਜਾਂ ਮੇਰੇ ਪੁੱਤਾਂ ਦੇ ਸਮਾਨ ਹੋ। ਦੇਖੋ ਤੁਸੀਂ ਪਿਛਲੇ ਸਾਲ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਜਾਂ ਹੋਲੇ ਮਹੱਲੇ ਤੇ ਜਾਂ ਹੋਰ ਵੀ ਕਿਸੇ ਸ਼ਹੀਦੀ ਜੋੜ ਮੇਲੇ ਤੇ ਜੇ ਇਦਾਂ ਦੀ ਹਰਕਤ ਕਰੀ ਆ, ਵੋਲਟਾਂ ਨਾਲ ਪਟਾਕੇ ਮਾਰੇ ਆ, ਤਾਂ ਅੱਜ ਤੋਂ ਬਾਅਦ ਆ ਵੀਡੀਓ ਸੁਣਨ ਤੋਂ ਬਾਅਦ ਜਾਂ ਆਪਾਂ ਤੌਬਾ ਕਰੀਏ, ਅਰਦਾਸ ਕਰੀਏ ਗੁਰੂ ਘਰ ਜਾ ਕੇ ਕਿ ਮਾਲਕਾ ਅੱਜ ਤੋਂ ਬਾਅਦ ਅਸੀਂ ਇਹ ਬੇਅਦਬੀ ਨਹੀਂ ਕਰਾਂਗੇ। ਇਹ ਛੋਟੇ ਸਾਹਿਬਜ਼ਾਦਿਆਂ ਦੀ ਪੁੱਤ ਬੇਅਦਬੀ ਆ, ਮੇਰੇ ਭਰਾਵੋ ਬੇਅਦਬੀ ਆ ਜੇ ਅਸੀਂ ਮੇਲਿਆਂ ਤੇ ਜਾ ਕੇ ਇਦਾਂ ਸਾਰਾ ਕੁਝ ਕਰਦੇ ਆ। ਉਹ ਜਿਹੜੇ ਸਿੱਖ ਸਾਹਿਤ ਦੇ ਵਿੱਚ ਇਹ ਜਿਹਾ ਕੁਝ ਪਾ ਰਹੇ ਨਾ, ਜਿਨ੍ਹਾਂ ਦੇ ਕਰਕੇ ਤੁਸੀਂ ਪਟਾਕੇ ਮਾਰਦੇ ਹੋ, ਉਹ ਤੁਹਾਡੇ ਪਟਾਕਿਆਂ ਦੇ ਖੁਸ਼ ਹੁੰਦੇ ਆ। ਕਿਆ ਕੰਮ ਤਾਂ ਅਸੀਂ ਚਾਹੁੰਦੇ ਸੀ, ਕਿਆ ਕੰਮ ਹੋ ਜਾਵੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇਦਾਂ ਕਰ ਲੱਗ ਜਾਣੇ, ਇਹ ਕੰਮ ਤਾਂ ਉਹ ਚਾਹੁੰਦੇ ਸੀ, ਅਸੀਂ ਸੌਖਾ ਕਰੀ ਜਾਂਦੇ ਆ ਕੰਮ ਉਹਨਾਂ ਦਾ। ਸੋ ਇਹ ਸਾਰੀ ਚੀਜ਼ ਨੂੰ ਸਮਝਿਓ, ਸਿੱਧੇ ਪਾਸੇ ਤੁਰੀਏ, ਆਪਾਂ ਥੋੜਾ ਜਿਹਾ ਡਿਬੇਟ ਕਰੀਏ, ਬੱਚਿਆਂ ਨੂੰ ਜੋੜਨ ਤੇ ਧਿਆਨ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।